बहुत स्वागत है जी सारिਆਂ ਦਾ। मैं हाँ सुरिंदर ढिल्ला। बहुत खास शो करांगी। VFS सेंटर यूके ਦੇ ਭਾਵੇਂ ਓਪਨ ਹੋ ਗਏ ਪਰ ਕੈਨੇਡਾ ਲਈ VFS ਸਰਵਿਸਿਜ਼ ਹਜੇ ਸਟਾਰਟ ਨਹੀਂ ਹੋਈਆਂ, ਖਾਸ ਤੌਰ ਤੇ ਇੰਡੀਆ ਦੇ ਵਿੱਚ। ਔਰ ਇਹ ਸਭ ਤੋਂ ਵੱਡੀ ਇੱਕ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਸੀ। ਪਰ ਕੀ ਸੱਚਮੁੱਚ ਅਗਰ VFS ਸੈਂਟਰ ਨਹੀਂ ਸ਼ੁਰੂ ਹੁੰਦੇ ਤਾਂ ਕੀ ਸੱਚਮੁੱਚ ਸੈਪਟੰਬਰ ਇਨਟੇਕ 'ਚ ਨੁਕਸਾਨ ਹੋ ਸਾਡੇ ਸਟੂਡੈਂਟਸ ਨੂੰ, ਜਨਵਰੀ ਇਨਟੇਕ 'ਚ ਨੁਕਸਾਨ ਹੋਊਗਾ? ਕੀ ਵੀਜ਼ੇ ਬਿਲਕੁਲ ਨਹੀਂ ਆਉਣੇ? ਹਾਲਾਂਕਿ ऑनलाइन फाइल्स लग रही ने, प्रोसैस हो रही ने, कि सब कुछ बेफजूल हो जाऊगा? ये सारे सवाल ने जोड़े हर स्टूडेंट के जहन च है। और मैनू पिछले 15 दिनों तो लगभग 100 के करीब जोड़े टैलीफोन कॉल्स ने सिर्फ स्टूडेंट्स के इस चिंता को लैके आए। तो फिर मैं ये सारे सवाल ने जोड़े सांझे भी किए जसमीत भाटिया जी नाल, जोड़े कि चीफ ने लैंडमार्क इमीग्रेशन के। और ये सारे सवाल जोड़े स्टूडेंट्स के ने मैं भाटिया जी नाल सांझे करूँगा। भाटिया जी बहुत स्वागत है। सत श्री अकाल। भाटिया जी, की मन्निया जाए ਜਿਹੜਾ VFS ਦਾ ਇਸ਼ੂ ਹੈ ਕਿ ਸੱਚਮੁੱਚ ਸੈਪਟੰਬਰ ਔਰ ਜਨਵਰੀ ਇਨਟੇਕ ਨੂੰ ਸਟੂਡੈਂਟਸ ਦੇ ਨੂੰ ਡੈਮੇਜ ਕਰੂਗਾ? ਸੀ ਆਪਾਂ ਉਹਨਾਂ ਨੂੰ ਪੁਆਇੰਟ ਵਾਈਜ਼ ਦੇਖਣਾ ਚਾਹੀਦਾ। ਪਹਿਲਾ ਪੁਆਇੰਟ ਹੈਗਾ ਕਿ ਜਦੋਂ ਉਹਨਾਂ ਨੇ ਨਿਊਜ਼ ਦਿੱਤੀ ਕਿ 30 ਸਤੰਬਰ ਤੱਕ VFS ਬੰਦ ਰਹਿਣਗੇ, ਉਹਦੇ ਥੱਲੇ ਇੱਕ ਲਾਈਨ ਲਿਖੀ ਹੈ ਬਹੁਤ ਇੰਪੋਰਟੈਂਟ ਕਿ ਯੂ ਸ਼ੁੱਡ ਗੋ ਐਂਡ ਲੌਜ ਯੋਰ ਫਾਈਲ ਔਨਲਾਈਨ ਐਂਡ ਵੀ ਵਿਲ ਬੀ ਪ੍ਰੋਸੈਸਿੰਗ ਆਲ ਦ ਫਾਈਲਸ ਔਨਲਾਈਨ। ਸੋ ਜਿੰਨਾ ਕੁ ਇੰਪੋਰਟੈਂਸ ਹੈਗੀ ਹੈ ਨਾ 30 ਸਤੰਬਰ ਤੱਕ VFS ਕਲੋਜ਼ ਹੋਣ ਦੀ, ਉਸ ਤੋਂ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਉਹ ਲਾਈਨ ਦੀ ਕਿ ਤੁਸੀਂ ਸਾਰੇ ਬੱਚਿਆਂ ਨੂੰ ਇਹ ਕਹਿ ਰਹੀ ਹੈ ਹਾਈ ਕਮਿਸ਼ਨ ਕਿ ਤੁਸੀਂ ਆਪਣੀਆਂ ਫਾਈਲ ਲੌਜ ਕਰੋ ਔਰ ਤੁਸੀਂ ਲੌਜ ਔਨਲਾਈਨ ਕਰੋ ਔਰ ਉਸ ਫਾਈਲਸ ਨੂੰ ਅਸੀਂ ਪ੍ਰੋਸੈਸ ਕਰਾਂਗੇ। ਮੈਨੂੰ ਲੱਗਦਾ ਸਟੂਡੈਂਟਸ ਨੂੰ ਇਸ ਚੀਜ਼ ਦੇ ਉੱਤੇ ਬਹੁਤ ਵੱਡੀ ਕਨਫਿਊਜ਼ਨ ਹੈ ਕਿ VFS ਬੰਦ ਹੋ ਗਏ ਪਰ VFS ਇੱਕ ਡਾਕੀਏ ਦਾ ਕੰਮ ਕਰਦਾ ਜੀ। VFS ਦਾ ਇਸ ਤੋਂ ਜ਼ਿਆਦਾ ਕੋਈ ਵੀ ਕੰਮ ਨਹੀਂ ਹੈਗਾ। VFS ਤੁਹਾਡੀ ਫਾਈਲ ਲੈਂਦਾ, ਤੁਹਾਡੀ ਫਾਈਲ ਬਾਇਓਮੈਟ੍ਰਿਕਸ ਲੈਂਦਾ ਔਰ ਇਮੀਗ੍ਰੇਸ਼ਨ ਨੂੰ ਪਾਸ ਆਊਟ ਕਰ ਦਿੰਦਾ ਔਰ ਇੱਕ ਡਾਕੀਏ ਦਾ ਕੰਮ ਹੈ VFS ਦਾ। ਇਸ ਤੋਂ ਉੱਤੇ ਕੋਈ ਵੀ ਕੰਮ ਨਹੀਂ ਹੈਗਾ। ਦੂਜਾ ਪੁਆਇੰਟ ਇਹ ਹੈ ਕਿ ਜਦੋਂ ਸਤੰਬਰ ਇਨਟੇਕ ਸਪੋਜ਼ 30 ਸਤੰਬਰ ਤੱਕ VFS ਬੰਦ ਰਹਿੰਦਾ, ਕੋਈ ਰਿਜ਼ਲਟ ਨਹੀਂ ਆਉਂਦਾ, ਕੋਈ ਕਾਲਜ ਬੱਚਾ ਨਹੀਂ ਜਾਏਗਾ। ਤੁਸੀਂ ਇਹ ਸਮਝੋ ਕਿ ਸਤੰਬਰ ਇਨਟੇਕ ਜਿਹੜਾ ਕਿ ਸਭ ਤੋਂ ਵੱਡਾ ਇਨਟੇਕ ਹੈ ਹਰ ਕੰਟਰੀ ਦਾ ਔਰ ਕੈਨੇਡਾ ਦਾ ਵੀ ਤਾਂ ਸਭ ਤੋਂ ਵੱਡਾ ਇਨਟੇਕ ਹੈ, ਜੇ ਕੋਈ ਬੱਚਾ ਨਹੀਂ ਜਾਂਦਾ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਮਤਲਬ ਸਤੰਬਰ ਇਨਟੇਕ ਕਲੋਜ਼। ਬਿਲਕੁਲ ਠੀਕ ਹੈ। ਇਹਦਾ ਮਤਲਬ ਇਹ ਹੋਇਆ 3 ਲੱਖ ਇੰਪਲੋਈ ਹੈਗਾ ਕੈਨੇਡਾ 'ਚ ਜਿਹੜਾ 200 ਤੋਂ ਵੱਧ ਕਾਲਜਸ ਯੂਨੀਵਰਸਿਟੀ 'ਚ ਕੰਮ ਕਰਦਾ, ਜਿਹਦੇ 'ਚ ਆਪਣੇ ਇੰਡੀਅਨ ਸਟੂਡੈਂਟ ਪੜ੍ਹਨ ਜਾਂਦੇ ਆ ਔਰ ਸਤੰਬਰ ਇਨਟੇਕ 'ਚ ਘੱਟੋ ਘੱਟ ਨਹੀਂ ਤਾਂ 50,000 ਬੱਚਾ ਪੜ੍ਹਨ ਜਾਂਦਾ ਸੀ ਇੰਟਰਨੈਸ਼ਨਲੀ। ਬਿਲਕੁਲ। ਇਹਦਾ ਮਤਲਬ ਹੈ ਕਿ ਅਗਰ VFS ਸੈਂਟਰ 30 ਸਤੰਬਰ ਤੱਕ ਬੰਦ ਹੈ, ਇਹਦਾ ਮਤਲਬ ਹੈ ਫਿਰ ਤਾਂ ਕੋਈ ਜਾ ਹੀ ਨਹੀਂ ਪਾਊਗਾ। ਬਿਲਕੁਲ। ਸੋ ਜਿਹੜਾ ਹਾਈ ਕਮਿਸ਼ਨ ਨੇ, ਥਰਡ ਪੁਆਇੰਟ ਮੇਰਾ ਇਹ ਹੈ ਕਿ ਜਿਹੜਾ ਹਾਈ ਕਮਿਸ਼ਨ ਨੇ ਜਾਂ ਕੈਨੇਡਾ ਨੇ ਇੱਕ ਨਿਊਜ਼ ਦਿੱਤੀ ਸੀ ਕਿ ਤੁਸੀਂ ਆਪਣਾ ਸਤੰਬਰ ਇਨਟੇਕ ਔਨਲਾਈਨ ਲਵਾਓ, ਉਹਦਾ ਕੋਈ ਇੰਪੋਰਟੈਂਸ ਨਹੀਂ ਰਹਿ ਜਾਂਦੀ। ਸੋ ਜੇ ਵੀਜ਼ਾ ਅਪਰੂਵ ਹੀ ਨਹੀਂ ਹੋਣਗੇ, ਜੇ ਸਟੂਡੈਂਟ ਨੇ ਸਤੰਬਰ ਤੱਕ ਜਾਣਾ ਹੀ ਨਹੀਂ ਹੈ ਕੈਨੇਡਾ, ਤਾਂ ਔਨਲਾਈਨ ਕਲਾਸਿਸ ਕੌਣ ਲਗਾਏਗਾ? ਸੋ ਜਿਹੜੇ ਕਾਲਜਸ ਨੇ ਇੰਨੇ ਵੱਡੇ ਔਨਲਾਈਨ ਸੌਫਟਵੇਅਰ ਮਿਲੀਅਨ ਡਾਲਰਸ ਦੇ ਖਰੀਦ ਲਏ ਨੇ, ਉਹ ਸਾਰੇ ਵੇਸਟ ਹੋ ਜਾਣਗੇ। ਸੋ ਸਟੂਡੈਂਟਸ ਨੂੰ ਪਹਿਲੀ ਗੱਲ ਤਾਂ ਪੋਜ਼ੀਟਿਵ ਰਹਿਣਾ ਚਾਹੀਦਾ ਔਰ ਜਿਹੜੇ ਮੈਂ ਪੁਆਇੰਟਸ ਬੋਲੇ ਉਹਨਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕਿ ਫਸਟ ਆਫ ਆਲ ਜੇ ਤੁਸੀਂ ਕਾਲਜ ਪਸੰਦ ਕੀਤਾ ਹੋਇਆ ਸਤੰਬਰ ਹੈ ਜਾਂ ਜਨਵਰੀ ਹੈ, ਤੁਸੀਂ ਆਪਣਾ ਪ੍ਰੋਸੈਸ ਔਨ ਰੱਖੋ, ਉਹਨੂੰ ਰੋਕੋ ਨਾ। ਜੇ ਆਫਰ ਲੈਟਰ ਆ ਗਈ ਹੈ ਉਹਦੀ ਫੀਸ ਜਮ੍ਹਾਂ ਕਰਾਓ, GIC ਅਕਾਊਂਟ ਖੋਲ੍ਹ ਲਿਆ GIC ਅਕਾਊਂਟ 'ਚ ਪੈਸੇ ਜਮ੍ਹਾਂ ਕਰਾਓ, ਫਾਰਮ ਭਰ ਕੇ SOP ਤਿਆਰ ਕਰਕੇ ਆਪਣੀ ਫਾਈਲ ਲੌਜ ਕਰੋ। ਸੋ ਇੱਕ ਅਸੀਂ ਗੱਲ ਕਰੀਏ ਸਿਸਟਮੈਟਿਕ ਕਿਊ ਤਿਆਰ ਹੋ ਰਹੀ ਹੈ ਸਟੂਡੈਂਟ ਵੀਜ਼ਾ ਵਿੱਚ ਵੀ। ਜਿਵੇਂ ਅਸੀਂ PR ਦੀ ਫਾਈਲਸ ਦੇਖਦੇ ਹਾਂ, ਇੱਕ ਸਿਸਟਮੈਟਿਕ ਕਿਊ ਹੈਗੀ ਹੈ। ਹਰ PR ਫਾਈਲ ਨੂੰ 6 ਤੋਂ 8 ਮਹੀਨੇ ਸਾਲ ਲੱਗਦਾ। ਉਵੇਂ ਅੱਜ ਦੀ ਰੇਟ 'ਚ ਇੱਕ ਕਿਊ ਤਿਆਰ ਹੋ ਗਈ ਹੈ ਸਟੂਡੈਂਟ ਵੀਜ਼ਾ ਦੀ, ਜਿਹਨੂੰ 4 ਤੋਂ 5 ਮਹੀਨੇ ਲੱਗਣਗੇ ਵੀਜ਼ਾ ਲੈਣ ਲਈ। ਸੋ ਜੇ ਤੁਸੀਂ ਆਪਣੀ ਅੱਜ ਫਾਈਲ ਨਹੀਂ ਲਾਉਂਦੇ, ਇਹਦਾ ਮਤਲਬ ਤੁਸੀਂ ਜਨਵਰੀ 'ਚ ਵੀ ਨਹੀਂ ਜਾ ਸਕਦੇ। ਸੋ ਸਤੰਬਰ 'ਚ ਉਹ ਬੱਚੇ ਪੜ੍ਹਨਗੇ ਜਿਨ੍ਹਾਂ ਦੀਆਂ ਆਲਰੇਡੀ ਫਾਈਲਸ ਐਮਬੈਸੀ 'ਚ ਲੌਜ ਹੈ, ਉਹ ਸਟੂਡੈਂਟ ਸਤੰਬਰ ਲਈ ਫਿਰ ਵੀ ਜਾ ਪਾਉਣਗੇ। ਜਿਹੜਾ ਬੱਚਾ ਅੱਜ ਆਪਣੀ ਫਾਈਲ ਲੌਜ ਕਰੇਗਾ, ਮੈਂ ਉਹਨੂੰ ਐਡਵਾਈਜ਼ ਕਰਾਂਗਾ ਕਿ ਹੁਣ ਆਪਾਂ ਸਤੰਬਰ ਲਈ ਲੇਟ ਆ ਅਤੇ ਆਪਾਂ ਜਨਵਰੀ ਲਈ ਲੌਜ ਕਰੀਏ ਫਾਈਲਾਂ, ਕਿਉਂਕਿ ਜਿਹੜੀ ਕਿਊ ਹੈਗੀ ਹੈ ਉਹ 4 ਤੋਂ 5 ਮਹੀਨੇ ਦਾ ਰਿਜ਼ਲਟ ਟਾਈਮ ਪੀਰੀਅਡ ਹੈਗਾ। ਔਰ ਜੇ ਸਟੂਡੈਂਟ ਇਹ ਸੋਚ ਰਿਹਾ ਕਿ ਜਦੋਂ ਸਭ ਕੁਝ ਨੋਰਮਲ ਹੋ ਜਾਏਗਾ, VFS ਖੁੱਲ੍ਹ ਜਾਣਗੇ, ਸਭ ਕੁਝ ਨੋਰਮਲ ਹੋ ਜਾਏਗਾ ਔਰ ਮੈਂ ਫਿਰ ਆਪਣੀ ਫਾਈਲ ਲਾਵਾਂਗਾ, ਫਿਰ ਤੁਸੀਂ ਬਹੁਤ ਹੀ ਵੱਡੀ ਗਲਤੀ ਕਰ ਰਹੇ ਹੋ, ਨੁਕਸਾਨ 'ਚ ਰਹਿਣਗੇ। ਤੁਸੀਂ ਲੇਟ ਹੋ ਜਾਓਗੇ। ਪਹਿਲੀ ਗੱਲ ਤਾਂ ਰਸ਼ ਬਹੁਤ ਜ਼ਿਆਦਾ ਹੋ ਜਾਏਗਾ, ਰਿਜ਼ਲਟ ਦਾ ਟਾਈਮ 4 ਮਹੀਨੇ ਪਹੁੰਚ ਗਿਆ
ਔਰ ਜਦੋਂ ਵੀ ਤੁਸੀਂ ਫਾਈਲ ਲੌਂਚ ਕਰੋਗੇ ਤਾਂ 4 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਮਿਲੇਗਾ। ਜਸਮੀਤ ਜੀ, ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਸਟੂਡੈਂਟਸ ਗਲਤੀ ਕਰਨਗੇ ਅਗਰ ਨਹੀਂ ਅਪਲਾਈ ਕਰਨਗੇ ਹੁਣ ਵੀ? ਤੁਸੀਂ ਦੇਖੋ ਜੇ 2 ਮਹੀਨੇ 'ਚ ਸਾਰਾ ਸਿਚੁਏਸ਼ਨ ਨਾਰਮਲ ਹੋ ਜਾਂਦੀ ਹੈ, ਸੋ ਤੁਸੀਂ ਦੇਖੋ ਕਿ ਪਹਿਲੀ ਗੱਲ ਤਾਂ ਅਸੀਂ ਕਹਿ ਰਹੇ ਕਾਲਜ ਐਪਲੀਕੇਸ਼ਨ ਫੀ ਵੇਵਰ ਦੇ ਰਿਹਾ ਉਹ ਬੰਦ ਹੋ ਜਾਣਗੇ। ਦੂਜਾ ਟਿਊਸ਼ਨ ਫੀਸ ਤੇ ਡਿਸਕਾਊਂਟ ਮਿਲ ਰਿਹਾ ਉਹ ਵੀ ਬੰਦ ਹੋ ਜਾਣਗੇ। ਤੀਜਾ ਜਿਹੜੀ ਅੱਜ ਆਫਰ ਲੈਟਰ 3 ਤੋਂ 4 ਦਿਨਾਂ ਵਿੱਚ ਆ ਰਹੀ ਹੈ ਉਹ ਮਹੀਨੇ 'ਚ ਆਏਗੀ। ਸੋ ਸਟੂਡੈਂਟ ਕਿਤੇ ਨਾ ਕਿਤੇ ਆਪਣੀ ਫਾਈਲ ਨੂੰ ਰੋਕ ਕੇ ਬੈਠਾ ਜਿਹੜਾ ਹੋਇਆ, ਜਿਹੜਾ ਹੱਲੇ ਵੀ ਸੋਚੀ ਜਾ ਰਿਹਾ ਕਿ ਮੇਰੇ 1 ਚੋਂ 5.5 ਹੈ, 2 ਚੋਂ 5.5 ਹੈ, ਜਾਂ ਮੇਰੇ 50% ਨੰਬਰ ਹੈ, 6.5 ਬੈਂਡ ਹੈ, ਮੈਂ ਅਪਲਾਈ ਨਾ ਕਰਾਂ, ਕੀ ਕਰਾਂ? ਸੋ ਅੱਜ ਦੀ ਡੇਟ 'ਚ ਤੁਹਾਡੇ ਲਈ ਇੱਕ ਓਪਰਚੁਨਿਟੀ ਹੈਗੀ ਹੈ, ਯੂ ਸ਼ੁਡ ਅਪਲਾਈ ਐਂਡ ਕੈਰੀ ਔਨ ਵਿਦ ਯੋਰ ਪ੍ਰੋਸੈਸ, ਡੂ ਨਾਟ ਹੋਲਡ ਯੋਰ ਫਾਈਲ। ਬਿਲਕੁਲ। ਸੋ ਕੁੱਲ ਮਿਲਾ ਕੇ ਜਸਮੀਤ ਜੀ, ਮੈਂ ਇਹ ਸਮਝ ਰਿਹਾ ਕਿ VFS ਸੈਂਟਰ ਖੁੱਲ੍ਹੇ ਜਾਂ ਬੰਦ ਹੋਵੇ ਹਾਲ ਦੀ ਘੜੀ, ਅਗਰ ਸਟੂਡੈਂਟ ਫਾਈਲ ਅਪਲਾਈ ਕਰਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਹੈ, ਮੈਨੂੰ ਇਹ ਲੱਗਦਾ। ਜੇ ਨੁਕਸਾਨ ਹੁੰਦਾ ਤਾਂ ਕੈਨੇਡਾ ਹਾਈ ਕਮਿਸ਼ਨ ਹਰ ਕਿਤੇ ਲਾਈਨ ਨਾ ਪਾਉਂਦਾ ਕਿ ਯੂ ਸ਼ੁਡ ਲੌਂਚ ਯੋਰ ਫਾਈਲ ਆਨਲਾਈਨ ਐਂਡ ਵੀ ਵਿਲ ਪ੍ਰੋਸੈਸ ਯੋਰ ਫਾਈਲ ਆਨਲਾਈਨ। ਸੋ ਜੇ ਬੱਚੇ ਨੂੰ ਕੋਈ ਨੁਕਸਾਨ ਹੋਵੇ ਤਾਂ ਕੈਨੇਡਾ ਹਾਈ ਕਮਿਸ਼ਨ ਹਰ ਕਿਤੇ ਲਾਈਨ ਨਾ ਲਾਵੇ ਕਿ ਤੁਸੀਂ ਆਪਣੀ ਫਾਈਲ ਆਨਲਾਈਨ ਪ੍ਰੋਸੈਸ ਕਰੋ। ਵੀ ਹੈਵ ਸਟਾਪਡ ਪ੍ਰੋਸੈਸਿੰਗ ਆਫਲਾਈਨ ਫਾਈਲਸ ਐਂਡ ਵੀ ਵਿਲ ਪ੍ਰੋਸੈਸ ਆਲ ਫਾਈਲਸ ਆਨਲਾਈਨ। ਸੋ ਇਹ ਲਾਈਨ ਦਾ ਬਹੁਤ ਵੱਡੀ ਇੰਪੋਰਟੈਂਸ ਹੈ ਔਰ ਸਟੂਡੈਂਟਸ ਨੂੰ ਸਮਝਣਾ ਚਾਹੀਦਾ ਔਰ ਆਪਣਾ ਪ੍ਰੋਸੈਸ ਬਿਲਕੁਲ ਸਹੀ ਤਰੀਕੇ ਨਾਲ ਚਾਲੂ ਰੱਖਣਾ ਚਾਹੀਦਾ, ਉਹਨੂੰ ਚੱਲਦੇ ਰਹਿਣਾ ਚਾਹੀਦਾ। ਜੀ ਚਲੋ, ਥੈਂਕ ਯੂ ਸੋ ਮਚ। ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਜਸਮੀਤ ਭਾਟੀਆ ਜੀ ਨੇ। info@landmarkimmigration.com ਤੁਸੀਂ ਜਸਮੀਤ ਜੀ ਦੇ ਨਾਲ ਡਾਇਰੈਕਟ ਰਾਬਤਾ ਬਣਾ ਸਕਦੇ ਹੋ। 90 413 90 412। ਥੈਂਕ ਯੂ। ਸਤਿ ਸ਼੍ਰੀ ਅਕਾਲ।